श्री वाहिगुरु साहिब जी। जैसी मैं आवे खसम की बाणी, तैसड़ा करी ज्ञान वेला लो। पाप की जंजलै काबल ताया, जोरी मंगै दान वेला लो। शर्म धर्म दुई छप खलोए, कूड़ फिरै प्रधान वेला लो। कादियां बामणा की गल थकी, भगत पड़ै शैतान वेला लो। मुसलमानियां पढ़े कतेबा, कष्ट में करहे खुदाए वेला लो। जात सनाती और हिंदवाणिया, हेपी लिखै लाए वेला लो। खून के सुहले गावे नानक, रत का कंगू पाए वेला लो। साहिब के गुण नानक गावै, मासपुरी विच आख मसोला। जिन उपाई रंग रवाई, बैठा वेखै वख अकेला। सच्चा सो साहिब सचित पावस, सचड़ा न्याओ करे गुमसूला। काया कपड़ टुक टुक होसी, हिंदुस्तान समाज सी बोला। आमने अठतरै जान सतानवै, और भी उठसी मर्द का चेला। सच की बाणी नानक आखै, सच सुनाइसी सच की वेला। सज्जन सच्चा पातशाह, सिर शाहां दे शाह। जिस पास बैठिया सोही है, सबना दा वेसाहु। सतनाम श्री वाहिगुरु साहिब जी। तिलंग घर दूजा महला पंजवा, तुद बिन दूजा नाही कोए। तू करता करहे सो होए, तुद बिन दूजा नाही कोए। तू करता करहे सोए। तेरा जोर तेरी मन टेको, सदा सदा जप नानक एक। सब ऊपर पार ब्रह्म दातार, तेरी टेक तेरा आधार रहाओ। है तू है तू होवनहार, अगम अगाध ऊंच अपार। जो तुझ से वहे त्यों पौ दुख नाहे, गुर प्रसाद नानक गुण गाहे। जो दिसै सो तेरा रूप, गुण निधान गोविंद अनूप। सिमर 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 जन सोए, नानक कर्म प्राप्त होए। जिन जपया तिसको बलहार, तिसकै संग तरै संसार। कहो नानक प्रभ लोचा पूर, संत जना की बाँसो तूर। कहो नानक प्रभ लोचा पूर,
ਸੰਤ ਜਨਾ ਕੀ ਬਾਸ਼ੋਂ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਇਹ ਜੋ ਮੁਬਾਰਕ ਬਚਨ ਆਪ ਜੀਆਂ ਨੇ ਸਰਵਣ ਕੀਤੇ ਹਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ 723 ਅਤੇ 724 ਅੰਗ ਤੇ ਸਭਾਇਮਾਨ ਹੈ। ਤਿਲੰਗ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਉਪਦੇਸ਼, ਸਤਿਗੁਰਾਂ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਇਹ ਜੋ ਪਾਵਨ ਪਵਿੱਤਰ ਬਚਨ ਆਪ ਜੀਆਂ ਨੇ ਸਰਵਣ ਕੀਤਾ। ਤਿਲੰਗ ਘਰ ਦੂਜਾ ਮਹੱਲਾ ਪੰਜਵਾ। ਤਿਲੰਗ ਰਾਗ ਦੇ ਵਿੱਚ ਇਹ ਸ਼ਬਦ ਨੂੰ ਮੇਰੇ ਸਤਿਗੁਰਾਂ ਨੇ ਉਚਾਰਨ ਕੀਤਾ ਹੈ ਤੇ ਜਦੋਂ ਗਾਇਨ ਕਰਨਾ ਹੈ ਤਿਲੰਗ ਰਾਗ ਦੇ ਵਿੱਚ ਕਹਿੰਦੀ ਗਾਇਨ ਕੀਤਾ ਜਾਵੇ ਘਰ ਦੂਸਰੇ ਦੇ ਵਿੱਚ, ਰਾਗ ਤਾਲ ਅਨੁਸਾਰ ਘਰ ਦੂਸਰੇ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕੀਤਾ ਜਾਵੇ। ਮਹੱਲਾ ਪੰਜਵਾਂ ਤੋਂ ਭਾਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਦੀ ਇਹ ਮੁਬਾਰਕ ਬਚਨ ਆਪ ਜੀਆਂ ਨੇ ਸਰਵਣ ਕੀਤੇ ਹਨ। ਤੁਧ ਬਿਨ ਦੂਜਾ ਨਾਹੀ ਕੋਏ। ਵਾਹਿਗੁਰੂ ਜੀ, ਤੇਰੇ ਤੋਂ ਬਿਨਾ ਦੂਜਾ ਕੋਈ ਨਹੀਂ ਹੈ। ਕਹਿਣ ਤੋਂ ਮੁਰਾਦ ਇਹ ਕਿ ਕਰਨ ਕਾਰਨ ਦੀ ਸਮਰੱਥਾ ਕੋਈ ਨਹੀਂ ਰੱਖਦਾ ਤੇਰੇ ਤੋਂ ਬਿਨਾ। ਤੇਰੇ ਤੋਂ ਬਿਨਾ ਜਗਤ ਦੇ ਵਿੱਚ ਦੂਸਰਾ ਹੈ ਹੀ ਕੋਈ ਨਹੀਂ। ਜੋ ਕੁਝ ਵੀ ਹੈ ਉਹ ਸਾਰਾ ਕੁਝ ਝੂਠ ਹੈ। ਸੱਚਾ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੈ ਤੇ ਸੱਚਾ ਉਹ ਪਰਮੇਸ਼ਰ ਆਪ ਹੀ ਹੈ। ਉਸ ਤੋਂ ਬਿਨਾ ਦੁਨੀਆ ਦੇ ਵਿੱਚ ਕੁਝ ਵੀ ਨਹੀਂ ਹੈ। ਇਹ ਜਿਤਨਾ ਵੀ ਹੈ ਸਾਰਾ ਉਸੇ ਦਾ ਹੀ ਖਿਲਾਰਾ ਹੈ। ਵਾਹਿਗੁਰੂ ਤੋਂ ਬਿਨਾ ਭੰਨਣ ਘੜਨ ਸਮਰੱਥ ਉਹ ਪਰਮੇਸ਼ਰ ਆਪ ਹੀ ਹੈ। ਬਣਾਉਣ ਵਾਲਾ ਵੀ ਆਪ ਹੀ ਹੈ ਤੇ ਢਾਉਣ ਵਾਲਾ ਵੀ ਆਪ ਹੀ ਹੈ। ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ। ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਮਨ, ਇੱਕ ਉੱਪਰ ਰਹਿਣ ਖੜੇ। ਤਿਨਾਂ ਸਵਾਰੇ ਨਾਨਕਾ, ਜਿਨ ਕੋ ਨਦਰ ਕਰੀ। ਤੇ ਸਵਾਰਨ ਵਾਲਾ ਵੀ ਵਾਹਿਗੁਰੂ ਉਹ ਆਪ ਹੀ ਹੈ। ਜਿਨ੍ਹਾਂ ਨੂੰ ਆਪ ਸਾਜ ਕੇ ਆਪ ਸਵਾਰ ਦਿੰਦਾ ਹੈ। ਇਹ ਮਾਲਕ ਬਖਸ਼ਿਸ਼ ਆਪੇ ਹੀ ਕਰਦਾ ਹੈ। ਉਸ ਤੋਂ ਬਿਨਾਂ ਦੂਸਰੀ ਸ਼ਕਤੀ ਕੋਈ ਨਹੀਂ ਹੈ। ਤੂੰ ਕਰਤਾਰ ਕਰਹਿ ਸੋ ਹੋਏ। ਜਗਤ ਦੇ ਵਿੱਚ ਉਹ ਕੁਝ ਹੀ ਹੁੰਦਾ ਵਾਹਿਗੁਰੂ ਜੋ ਤੂੰ ਕਰਦਾ ਹੈ। ਤੇਰੇ ਤੋਂ ਬਿਨਾਂ ਹੋਰ ਕੁਝ ਨਹੀਂ ਹੋ ਸਕਦਾ। ਜੋ ਕੁਝ ਵੀ ਵਾਪਰਦਾ ਜਗਤ ਦੇ ਵਿੱਚ ਉਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਹੁੰਦਾ। ਪਰਮੇਸ਼ਰ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਤੇ ਪਿਆਰਿਓ ਪੱਤਾ ਵੀ ਨਹੀਂ ਝੁਲ ਸਕਦਾ। ਅਸੀਂ ਇੱਕ ਕਦਮ ਵੀ ਨਹੀਂ ਚੁੱਕ ਸਕਦੇ। ਜੋ ਕੁਝ ਵੀ ਅਸੀਂ ਕਰਦੇ ਹਾਂ ਉਹ ਕਰਵਾਉਂਦਾ ਪਰਮੇਸ਼ਰ ਸਾਡੇ ਕੋਲ ਆਪ ਹੀ ਹੈ। ਵਿੱਚ ਅਸੀਂ ਇੱਕ ਬਹਾਨਾ ਬਣ ਜਾਂਦੇ ਹਾਂ ਪਰ ਕਰਨ ਕਰਾਉਣ ਵਾਲਾ ਉਹ ਪਰਮੇਸ਼ਰ ਆਪ ਹੀ ਹੈ। ਤੂੰ ਕਰਤਾਰ ਕਰੇ ਸੋ। ਵਾਹਿਗੁਰੂ ਜੀ, ਜੋ ਤੂੰ ਕਰਦਾ ਜਗਤ ਦੇ ਵਿੱਚ ਉਹੀਓ ਕੁਝ ਹੁੰਦਾ ਹੈ। ਤੇਰਾ ਜੋਰ ਤੇਰੀ ਮਨ ਟੇਕ। ਸਾਡੇ ਅੰਦਰ ਜਿਹੜਾ ਤਾਣ ਹੈ, ਜਿਹੜਾ ਜ਼ੋਰ ਹੈ ਉਹ ਵੀ ਤੇਰਾ ਹੈ ਤੇ ਅਸੀਂ ਤੇਰੇ ਤੇ ਟੇਕ ਰੱਖੀ ਹੋਈ ਹੈ। ਤੇਰਾ ਹੀ ਸਾਨੂੰ ਸਹਾਰਾ ਹੈ। ਹੋਰ ਦੂਸਰੀ ਕਿਸੇ ਦਾ ਸਹਾਰਾ ਕੋਈ ਨਹੀਂ। ਵਾਹਿਗੁਰੂ ਜੀ, ਤਾਣ ਵੀ ਤੇਰਾ ਹੈ। ਮੇਰੇ ਮਨ ਅੰਦਰ ਜਿਹੜਾ, ਸਰੀਰ ਅੰਦਰ ਜਿਹੜਾ ਤਾਣ ਹੈ ਉਹ ਵੀ ਤੇਰਾ ਦਿੱਤਾ ਹੋਇਆ ਤੇ ਤੇਰੇ ਤੇ ਅਸੀਂ ਟੇਕ ਰੱਖੀ। ਤਾਂ ਹੀ ਤੇਰੇ ਤੇ ਟੇਕ ਰੱਖੀ ਕਿਉਂਕਿ ਵਾਹਿਗੁਰੂ ਕਰਨ ਵਾਲਾ ਹੈ ਹੀ ਤੂੰ। ਸਦਾ ਸਦਾ ਜਪ ਨਾਨਕ ਏਕੂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਉਸ ਪਰਮੇਸ਼ਰ ਨੂੰ ਸਦਾ ਸਦਾ ਹੀ ਜਪਣਾ ਚਾਹੀਦਾ। ਸਦਾ ਹੀ ਉਸ ਪਰਮੇਸ਼ਰ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ। ਉਸ ਪਰਮੇਸ਼ਰ ਦਾ ਹੀ ਆਸਰਾ ਰੱਖਣਾ ਚਾਹੀਦਾ। ਉਸੇ ਨੂੰ ਕਹਿੰਦੇ ਜਪਿਆ ਕਰ ਜਪ ਮਨ ਸਤਨਾਮ ਸਦਾ ਸਤਨਾਮ। ਹਾਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਹ ਹਰ ਸਿਮਰਨ ਪਿਆ ਤਹ ਉਬਾਦ ਕਤ ਕੀਨੀ। ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਈ ਮਤ ਦੀਨੀ। ਜਪ ਹਰ ਭਵਜਲ ਤਰਨਾ। ਸੰਸਾਰ ਸਮੁੰਦਰ ਤੋਂ ਪਿਆਰਿਓ ਤਾਂ ਹੀ ਪਾਰ ਹੋ ਸਕੀਦਾ ਜੇ ਉਸ ਪਰਮੇਸ਼ਰ ਦਾ ਨਾਮ
ਜਪਿਆ ਜਾਵੇ। ਜੋ ਸਤਿਗੁਰੂ ਕਹਿੰਦੇ ਨੇ ਸਦਾ ਸਦਾ ਜਪ ਨਾਨਕ ਏਕ, ਕਹਿੰਦੇ ਸਦਾ ਹੀ ਜਪਦਾ ਰਹੋ, ਸਦਾ ਹੀ ਜਪਦਾ ਰਹੋ। ਸਭ ਉਪਰ ਪਾਰ ਬ੍ਰਹਮ ਦਾ ਧਾਰ, ਸਭਨਾਂ ਦੇ ਉੱਤੇ ਉਸ ਵਾਹਿਗੁਰੂ ਦੀ ਮਿਹਰ ਦਾ ਹੱਥ ਹੈ ਪਿਆਰਿਆ। ਸਾਡੇ ਸਾਰਿਆਂ ਦੇ ਉੱਤੇ ਉਸ ਮਾਲਕ ਦਾ ਹੱਥ ਹੈ। ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਂ ਕਿ ਕਾਰਜ ਪੂਰਾ। ਜਦੋਂ ਵਾਹਿਗੁਰੂ ਦਾ ਹੱਥ ਸਿਰ ਦੇ ਉੱਤੇ ਹੋਵੇ ਤੇ ਪਿਆਰਿਓ ਸਾਰੀਆਂ ਹੀ ਬਖਸ਼ਿਸ਼ਾਂ ਮਿਲ ਜਾਂਦੀਆਂ ਨੇ। ਸਾਰਿਆਂ ਦੇ ਉੱਤੇ ਹੱਥ ਹੈ, ਭਾਵੇਂ ਕੋਈ ਮੰਨੇ ਦਾ ਨਾ ਮੰਨੇ, ਵਾਹਿਗੁਰੂ ਤੋਂ ਬਿਨਾਂ ਪਿਆਰਿਓ ਸਾਡੀ ਕੋਈ ਪਾਇਆ ਨਹੀਂ ਹੈ। ਵਾਹਿਗੁਰੂ ਦੀ ਕਰਕੇ ਅਸੀਂ ਹਾਂ ਸਭ ਉੱਪਰ ਪਾਰ ਬ੍ਰਹਮ ਦਾ ਧਾਰ, ਉਹ ਦਾਤਿਆਂ ਦਾ ਦਾਤਾ ਸਾਰਿਆਂ ਦੇ ਉੱਪਰ ਹੈ। ਤੇਰੀ ਟੇਕ ਤੇਰਾ ਆਧਾਰ, ਤੇਰਾ ਹੀ ਆਸਰਾ ਹੈ ਤੇ ਤੇਰਾ ਹੀ ਸਹਾਰਾ ਹੈ। ਇਹ ਰਹਾਉ ਦੀ ਪੰਕਤੀ ਹੈ ਕਿ ਤੇਰੀ ਟੇਕ ਤੇਰਾ ਆਧਾਰ। ਵਾਹਿਗੁਰੂ ਜੀ ਸਾਨੂੰ ਤੇ ਤੇਰਾ ਹੀ ਆਸਰਾ ਹੈ। ਪਿਆਰੋ ਜਦੋਂ ਵੀ ਕੋਈ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕਰਕੇ ਇਹ ਗੱਲ ਮੰਨ ਲੈਂਦਾ, ਵਾਹਿਗੁਰੂ ਜੀ ਤੇਰੇ ਤੋਂ ਬਿਨਾਂ ਮੇਰਾ ਕੋਈ ਨਹੀਂ, ਤੇ ਵਾਹਿਗੁਰੂ ਉਹਦੇ ਕਾਰਜਾਂ ਨੂੰ ਆਪ ਸਵਾਰਦਾ ਹੈ। ਵੱਡੇ ਤੋਂ ਵੱਡਾ ਕਾਰਜ ਕਿਉਂ ਨਾ ਹੋਵੇ, ਮਾਲਕ ਬਖਸ਼ਿਸ਼ ਕਰ ਦਿੰਦਾ। ਮੇਰੇ ਲਾਹੌਰ ਤੋਂ ਇੱਕ ਵਾਰੀ 4 ਗੁਰਸਿੱਖ ਆ ਰਹੇ ਸੀ। 4 ਗੁਰਸਿੱਖ ਆ ਰਹੇ, ਗੱਡੇ ਦੇ ਉੱਤੇ ਬੈਠ ਕਰਕੇ, ਗੱਡੇ ਉੱਤੇ ਕੁਝ ਇਹਨਾਂ ਰਸਤਾਂ ਬਸਤਾਂ ਵੀ ਰੱਖੀਆਂ ਹੋਈਆਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬੋਲ ਆਪਾਂ ਸਰਵਣ ਕਰ ਰਹੇ ਹਾਂ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਇਹ ਲਾਹੌਰ ਤੋਂ ਚੱਲੇ ਨੇ, ਜਿਨ੍ਹਾਂ ਦੇ ਵਿੱਚ ਇੱਕ ਸਿੱਖ ਜਿਸ ਦਾ ਨਾਮ ਮੋਹਨ, 3 ਸਿੱਖ ਹੋਰ ਨੇ। ਇਹ ਚਾਰੇ ਆ ਰਹੇ ਗੱਡੇ ਦੇ ਉੱਤੇ ਬੈਠ ਕੇ ਜਦੋਂ ਰਸਤੇ ਦੇ ਵਿੱਚ ਕੀ ਵੇਖਦੇ ਨੇ ਕਿ ਇੱਕ ਥਾਂ ਤੇ ਇੱਕ ਸੱਪ ਬਹੁਤ ਵੱਡਾ, ਉਹਨੇ ਫਨ ਖਿਲਾਰੀ ਹੋਈ ਆ ਅੱਗੇ ਗੱਡੇ ਦੇ ਅੱਗੇ ਫਨ ਖਿਲਾਰ ਕੇ ਉਹ ਸੱਪ ਖੜਾ ਹੈ। ਹੁਣ ਸਿੱਖਾਂ ਨੇ ਸੋਚਿਆ ਕਿ ਚਲੋ ਆਪਾਂ ਰਸਤਾ ਚੇਂਜ ਕਰ ਦਿੰਦੇ ਹਾਂ। ਥੋੜਾ ਜਿਹਾ ਰਸਤਾ ਚੇਂਜ ਕੀਤਾ ਤੇ ਉਹ ਸੱਪ ਫੇਰ ਅੱਗੇ ਫਨ ਖਿਲਾਰ ਕੇ ਅੱਗੇ ਆ ਗਿਆ। ਮੈਂ ਤੇ ਲੰਘਣ ਨਹੀਂ ਦੇਣਾ, ਜਾਣ ਨਹੀਂ ਦੇਣਾ। ਹੁਣ ਇਹਨਾਂ ਗੁਰਸਿੱਖਾਂ ਨੇ ਸਲਾਹ ਕੀਤੀ ਕਿ ਇਸ ਤਰ੍ਹਾਂ ਸਾਨੂੰ ਜਾਣ ਨਹੀਂ ਦੇਵੇਗਾ, ਮਾਰਨਾ ਇਸ ਨੂੰ ਕੋਈ ਨਹੀਂ, ਇਸੇ ਨੂੰ ਪੁੱਛ ਕੇ ਵੇਖ ਲੈਂਦੇ ਹਾਂ, ਸ਼ਾਇਦ ਸਾਡੇ ਨਾਲ ਜਾਣਾ ਹੀ ਨਾ ਚਾਹੁੰਦਾ ਹੋਵੇ। ਇਹ ਵੀ ਕਿਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਨਾ ਜਾਣਾ ਚਾਹੁੰਦਾ ਹੋਵੇ। ਤੇ ਭਾਈ ਮੋਹਨ ਕਹਿੰਦੇ ਉਹਨਾਂ ਨੇ ਕੀ ਕੀਤਾ, ਉਹਨਾਂ ਦੇ ਕੋਲ ਇੱਕ ਗਾਗਰ ਸੀ, ਉਹ ਗੱਡੇ ਦੇ ਉੱਤੋਂ ਉਤਾਰੀ ਤੇ ਅੱਗੇ ਰੱਖ ਦਿੱਤੀ ਤੇ ਨਾਲ ਸੱਪ ਨੂੰ ਸੰਬੋਧਨ ਕਰਕੇ ਇਹ ਗੱਲ ਆਖੀ। ਕੁਛ ਆਖਣ ਲੱਗੇ, ਭਾਈ ਜੇ ਤੂੰ ਜਾਣਾ ਚਾਹੁੰਦਾ ਤੇ ਇਸ ਗਾਗਰ ਦੇ ਵਿੱਚ ਵੜ ਜਾ, ਨਹੀਂ ਤਾਂ ਸਾਨੂੰ ਰਸਤਾ ਦੇ ਦੇ ਜਾਣ ਵਾਸਤੇ, ਅਸੀਂ ਚਲੇ ਜਾਈਏ। ਵਾਰ-ਵਾਰ ਸਾਡੇ ਅੱਗੇ ਕਿਉਂ ਆ ਰਹੇ? ਕਹਿੰਦੇ ਜੇ ਤੇ ਚੱਲਣਾ ਸਾਡੇ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ, ਤੇ ਇਸ ਗਾਗਰ ਦੇ ਵਿੱਚ ਵੜ ਜਾ, ਤੇ ਜੇ ਨਹੀਂ ਜਾਣਾ ਤੇ ਸਾਡਾ ਰਸਤਾ ਨਾ ਢੱਕ, ਅਸੀਂ ਤੈਨੂੰ ਮਾਰਨਾ ਕੋਈ ਨਹੀਂ ਚਾਹੁੰਦੇ, ਵੇਖ ਲਾ ਤੂੰ ਜਿਸ ਤਰ੍ਹਾਂ ਕਰਨਾ। ਉਸੇ ਵੇਲੇ ਉਹ ਸੱਪ ਜਿਹੜਾ ਸੀ ਗਾਗਰ ਦੇ ਵਿੱਚ ਵੜ ਕੇ ਬੈਠ ਗਿਆ। ਗੁਰਸਿੱਖਾਂ ਨੇ ਉਸ ਗਾਗਰ ਦਾ ਮੂੰਹ ਬੰਦ ਕਰ ਲਿਆ ਤੇ ਗੱਡੇ ਦੇ ਉੱਤੇ ਰੱਖ ਲਿਆ। ਤੇ ਜਿਸ ਵੇਲੇ ਅੰਮ੍ਰਿਤਸਰ ਪਹੁੰਚੇ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਨੇ, ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ ਕੀਤੇ। ਜਿਸ ਵੇਲੇ ਗੁਰਸਿੱਖਾਂ ਨੇ ਮੱਥਾ ਟੇਕਿਆ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ ਕਿ ਲਾਹੌਰ ਤੋਂ ਤੁਸੀਂ ਕਿੰਨੇ ਜਾਣੇ ਆਏ ਹੋ? ਕਹਿੰਦੇ ਮਹਾਰਾਜ 4 ਸਿੱਖ ਆਏ ਹਾਂ, ਚਾਰਾਂ ਨੇ ਅਸੀਂ ਦਰਸ਼ਨ ਦੀਦਾਰੇ ਕਰ ਲਏ ਨੇ। ਕਹਿੰਦੇ ਹੋਰ ਵੀ ਤੁਹਾਡੇ ਨਾਲ ਕੋਈ ਆਇਆ? ਕਹਿੰਦੇ ਮਹਾਰਾਜ ਨਹੀਂ, ਅਸੀਂ 4 ਹੀ। ਇਹਨਾਂ ਨੂੰ ਇਸ ਗੱਲ ਦਾ ਚੇਤਾ ਹੀ ਭੁੱਲ ਗਿਆ ਵੀ ਸਾਡੇ ਨਾਲ ਇੱਕ ਹੋਰ ਵੀ ਕੋਈ ਹੈ। ਕਹਿੰਦੇ ਨਹੀਂ, ਤੁਹਾਡੇ ਨਾਲ ਕੋਈ ਹੋਰ ਵੀ ਆਇਆ। ਕਹਿੰਦੇ ਮਹਾਰਾਜ ਇੱਕ ਗਾਗਰ ਦੇ ਵਿੱਚ ਸੱਪ ਹੈ,
ਇੱਕ ਗਾਗਰ ਦੇ ਵਿੱਚ ਸੱਪ ਹੈ, ਉਸ ਨੇ ਸਾਡਾ ਰਸਤਾ ਢੱਕ ਲਿਆ ਸੀ। 2 ਵਾਰੀ ਰਸਤਾ ਢੱਕਿਆ। ਜਦੋਂ ਰਸਤਾ 2 ਵਾਰੀ ਢੱਕਿਆ, ਫਿਰ ਅਸੀਂ ਉੱਥੇ ਗਾਗਰ ਰੱਖੀ ਤੇ ਇਹ ਗੱਲ ਆਖੀ ਕਿ ਜੇ ਤੂੰ ਜਾਣਾ ਚਾਹੁੰਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ ਤੇ ਐਸ ਗਾਗਰ ਦੇ ਵਿੱਚ ਵੜ ਜਾ। ਇੱਕ ਸੱਪ ਹੈ, ਕਹਿੰਦੇ ਉਸ ਨੂੰ ਲੈ ਕੇ ਆਓ। ਕਹਿੰਦੀ ਜਿਸ ਵੇਲੇ ਗਾਗਰ ਲੈ ਕੇ ਆਂਦੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਅੱਗੇ ਰੱਖੀ, ਉਸ ਦਾ ਉਹ ਮੂੰਹ ਖੋਲਿਆ ਤੇ ਸੱਪ ਉਸੇ ਤਰ੍ਹਾਂ ਹੀ ਕਹਿੰਦੀ ਬਾਹਰ ਆਇਆ ਫਟਾਫਟ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਅੱਗੇ ਸਿਰਪਟ ਲੰਮਾ ਪੈ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸਿੱਖੋ ਸਰੋਵਰ ਦੇ ਵਿੱਚੋਂ ਕਹਿੰਦੇ ਜਲ ਲੈ ਕੇ ਆ। ਪਹਿਲੋਂ ਕਈ ਵਾਰੀ ਅਸੀਂ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੋਵਰਾਂ ਦੀ ਵੀ ਨਿੰਦਿਆ ਕਰੀ ਜਾਂਦੇ। ਉਹ ਅੰਮ੍ਰਿਤ ਸਰੋਵਰ ਹੈ ਜਿੱਥੇ ਪਿਆਰਿਓ 8 ਪਹਿਰ ਬਾਣੀ ਚੱਲਦੀ ਹੈ। ਕੋਈ ਸਮਾਂ ਐਸਾ ਨਹੀਂ ਕਿ ਜਦੋਂ ਬਾਣੀ ਨਾ ਚੱਲਦੀ ਹੋਵੇ। ਤੇ ਜਿਹੜਾ ਪਾਣੀ ਹੈ, ਇਹ ਬਾਣੀ ਦਾ ਅਸਰ ਕਬੂਲ ਦਾ ਹੈ। 12ਵੀਂ ਕਿਧਰੇ ਵੇਖ ਲਿਓ ਤੁਸੀਂ, ਇਹ ਤੇ ਸਾਇੰਸਦਾਨਾਂ ਨੇ ਵੀ ਗੱਲ ਸਿੱਧ ਕਰ ਦਿੱਤੀ ਹੈ ਕਿ ਜਿਹੜਾ ਪਾਣੀ ਹੈ ਉਹ ਅਸਰ ਕਬੂਲ ਕਰਦਾ ਹੈ। ਸਾਇੰਸਦਾਨਾਂ ਨੇ ਇਸ ਤਰੀਕੇ ਦੇ ਨਾਲ ਪਰਖ ਕੀਤੀ ਕਿ ਇੱਕ ਗਮਲੇ ਦੇ ਵਿੱਚ ਪਾਣੀ ਰੱਖਿਆ, ਉਹਦੇ ਵਿੱਚ ਬੂਟਾ ਤੇ ਉਹਦੇ ਵਿੱਚ ਲਾਗੇ ਵਾਹਿਗੁਰੂ ਦਾ ਜਾਪ ਜਾਂ ਚੰਗੀਆਂ ਗੱਲਾਂ ਕੀਤੀਆਂ ਉਹਦੇ ਲਾਗੇ। ਉਹ ਜਿਹੜਾ ਬੂਟਾ ਸੀ ਬਹੁਤ ਵਧੀਆ ਹਰਾ ਭਰਾ ਹੋ ਗਿਆ ਤੇ ਇੱਕ ਬੂਟਾ ਗਮਲੇ ਦੇ ਵਿੱਚ ਲਾਇਆ ਜਿਹਦੇ ਲਾਗੇ ਕੁਝ ਵੀ ਨਹੀਂ ਸੀ ਬੋਲਿਆ ਜਾਂਦਾ, ਪਾਣੀ ਉਸ ਨੂੰ ਵੀ ਪਾਇਆ ਜਾਂਦਾ, ਪਰ ਉਹ ਬੂਟਾ ਸੁੱਕ ਗਿਆ। ਪਿਆਰੋ, ਇਹ ਸਾਇੰਸਦਾਨਾਂ ਨੇ ਪ੍ਰਤੱਖ ਕਰਕੇ ਵੇਖ ਲਿਆ ਕਿ ਜਿਹੜਾ ਪਾਣੀ ਹੈ ਉਹ ਵੀ ਕਹਿੰਦੇ ਅਸਰ ਕਬੂਲਦਾ ਹੈ। ਤੇ ਅਸੀਂ ਇਸ ਗੱਲ ਨੂੰ ਇਸ ਤਰੀਕੇ ਦੇ ਨਾਲ ਲੈ ਲਈਏ ਕਿ ਜੋ ਅੰਮ੍ਰਿਤ ਸਰੋਵਰ ਦਾ ਜਲ ਹੈ ਉਹ ਅੰਮ੍ਰਿਤ ਬਣ ਚੁੱਕਾ ਹੈ। ਉਹ ਪਿਆਰਿਓ ਅੰਮ੍ਰਿਤ ਹੈ, ਕਿਉਂਕਿ ਜਿਤਨੇ ਵੀ ਲੋਕ ਉੱਥੇ ਜਾ ਕਰਕੇ ਆਪਣੀ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੀਆਂ, ਮੂੰਹ ਦੇ ਵਿੱਚ ਜੇ ਕੋਈ ਚੂੜੀ ਪਾ ਲੈਂਦਾ ਅੰਦਰ ਦੇ ਰੋਗ ਕੱਟੇ ਜਾਂਦੇ ਨੇ। ਜੇ ਕੋਈ ਇਸ਼ਨਾਨ ਕਰ ਲੈਂਦਾ ਉਹਦੇ ਤਨ ਦੇ ਬਾਹਰੀ ਰੋਗ ਕੱਟੇ ਜਾਂਦੇ ਨੇ। ਪਿਆਰਿਓ, ਇਤਨੀ ਵੱਡੀ ਬਖਸ਼ਿਸ਼ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਸਰੋਵਰ ਦੇ ਵਿੱਚ। ਤੇ ਮੈਂ ਤੇ ਇਹ ਗੱਲ ਆਖਿਆ ਕਰਦਾ, ਕਹਿੰਦੇ ਜੀ ਕੋਈ ਕ੍ਰਿਟੀਸਾਈਜ਼ ਜਿਹੜਾ ਕਰਦੇ ਨੇ ਉਹ ਆਪਣੇ ਸਿਰ ਤੇ ਭਾਰ ਆਪ ਲੈਂਦੇ ਨੇ, ਆਪਣੇ ਸਿਰ ਤੇ ਭਾਰ ਆਪ ਲੈ ਰਹੇ ਨੇ ਅਗਿਆਨਤਾ ਦੇ ਵਸ ਹੋਣ ਕਰਕੇ, ਅਗਿਆਨੀ ਹੋਣ ਕਰਕੇ ਕਿ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸਰੋਵਰ ਦੀ ਨਿੰਦਿਆ ਕਰਦੇ ਨੇ, ਆਪਣੇ ਆਪ ਤੇ ਭਾਰ ਲੈਂਦੇ ਨੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਆਖਿਆ ਸਿੱਖਾਂ ਨੂੰ ਕਿ ਸਿੱਖੋ ਅੰਮ੍ਰਿਤ ਸਰੋਵਰ ਦੇ ਵਿੱਚੋਂ ਜਲ ਲੈ ਕੇ ਆਓ। ਜਿਸ ਵੇਲੇ ਜਲ ਲੈ ਕੇ ਆਂਦਾ, ਇਹ ਜਿਹੜਾ ਸੱਪ ਲੰਮਾ ਪਿਆ ਹੋਇਆ ਸੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਉੱਤੇ ਛਿੜਕਾਅ ਕੀਤਾ ਜਲ ਦਾ। ਜਿਸ ਵੇਲੇ ਛਿੜਕਾਅ ਜਲ ਦਾ ਕੀਤਾ, ਅੰਮ੍ਰਿਤ ਜਲ ਜਿਸ ਵੇਲੇ ਉਸਦੇ ਉੱਤੇ ਪਿਆ, ਉਸੇ ਵੇਲੇ ਪਿਆਰੋ ਉਸਨੇ ਪ੍ਰਾਣ ਛੱਡ ਦਿੱਤੇ। ਉਸੇ ਵੇਲੇ ਉਸਨੇ ਪ੍ਰਾਣ ਛੱਡ ਦਿੱਤੇ, ਪ੍ਰਾਣ ਪੰਖੇਰੂ ਹੋ ਗਏ। ਉਸ ਦੀ ਆਤਮਾ ਪਰਮਾਤਮਾ ਦੇ ਵਿੱਚ ਲਿਵ ਹੋ ਗਈ, ਉਹ ਮੁਕਤ ਹੋ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਚਰਨ ਛੋਹ ਪ੍ਰਾਪਤ ਕਰਕੇ ਪਿਆਰਿਆ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ, ਰਹਿਮਤ ਕਰ ਦਿੱਤੀ। ਤੇ ਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਇਹ ਸੱਪ ਕੌਣ ਸੀ? ਇਹ ਜਿਹੜਾ ਸੱਪ ਸੀ ਇਹ ਕੌਣ ਸੀ? ਸਿੱਖੋ, ਇਹ ਕਹਿੰਦੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ, ਸਾਡੇ ਦਰਬਾਰ ਦੇ ਵਿੱਚ, ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਕਹਿੰਦੇ ਮਸੰਦ ਸੀ। ਮਸੰਦ ਕਹਿੰਦੇ ਜਿਹੜੇ ਸੇਵਾ ਲੈ ਕਰਕੇ ਆਉਂਦੇ ਨੇ, ਕਾਰ ਸੇਵਾ ਜਿਹੜੇ ਬਾਹਰੋਂ ਲੈ ਕਰਕੇ ਆਉਂਦੇ ਨੇ, ਉਹ ਜਿਹੜੀ ਗੋਲਕ ਦੀ ਮਾਇਆ ਹੁੰਦੀ ਸੀ ਉਸ ਨੂੰ ਕਹਿੰਦੇ ਇਹ ਦੱਬ ਜਾਂਦਾ ਸੀ। ਗੋਲਕ ਦੀ ਮਾਇਆ ਇਹ ਪਿਆਰਿਓ ਗਰੀਬਾਂ ਵਾਸਤੇ ਹੈ, ਗਰੀਬ ਗੁਰਬੇ ਵਾਸਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵੀ ਬਚਨ ਲੈਣਾ, ਜਿਹੜੀ ਗੁਰੂ ਕੀ ਗੋਲਕ ਹੈ ਨਾ, ਇਹ ਗਰੀਬ ਦਾ ਮੂੰਹ ਹੈ। ਇਹ ਗਰੀਬ ਦੇ ਮੂੰਹ ਦੇ ਵਿੱਚ ਪਵੇਗੀ ਤੇ ਪਰਿਫੁੱਲਤ ਹੋਵੇਗੀ, ਇਹ ਅਮੀਰਾਂ ਵਾਸਤੇ ਨਹੀਂ। ਕਹਿੰਦੇ ਇਹ ਕੀ ਕਰਿਆ ਕਰਦਾ ਸੀ ਕਿ ਜਿਤਨੀ ਗੋਲਕ ਦੀ ਮਾਇਆ ਉਸ ਦੇ ਵਿੱਚੋਂ ਮਾਇਆ ਚੋਰੀ ਕਰ ਲੈਂਦਾ ਸੀ। ਇਸ ਕਰਕੇ ਮਾਇਆ ਚੋਰੀ ਕਰਨ ਕਰਕੇ ਜਿਹੜਾ ਮਾਇਆ ਦੇ ਨਾਲ ਪਿਆਰ ਕਰਦਾ ਹੈ ਉਹ ਸੱਪ ਬਣਦਾ ਹੈ ਤੇ ਇਸ ਨੂੰ ਸੱਪ ਦਾ ਜਨਮ ਪ੍ਰਾਪਤ ਹੋਇਆ।
ਸੱਪ ਦਾ ਜਨਮ ਪ੍ਰਾਪਤ ਹੋਇਆ, ਇਹਦਾ ਕੋਈ ਪੂਰਬਲਾ ਕਰਮ ਚੰਗਾ ਹੋਣ ਕਰਕੇ, ਕਿਉਂਕਿ ਗੁਰੂ ਦੇ ਦਰ ਤੇ ਸੇਵਾ ਕਰਿਆ ਕਰਦਾ ਸੀ। ਕੋਈ ਪੂਰਬਲਾ ਕਰਮ ਅੱਗੇ ਆ ਗਿਆ ਤੇ ਇਹਨੇ ਤੁਹਾਨੂੰ ਆਉਂਦਿਆਂ ਨੂੰ ਵੇਖ ਲਿਆ, ਤੁਹਾਨੂੰ ਆਉਂਦਿਆਂ ਨੂੰ ਗੱਡੇ ਤੇ ਵੇਖ ਲਿਆ ਤੇ ਇਸ ਨੇ ਸੋਚਿਆ ਕਿ ਮੈਂ ਆਪਣੀ ਭੁੱਲ ਬਖਸ਼ਾ ਲਵਾਂ। ਇਹ ਆਪਣੀ ਭੁੱਲ ਬਖਸ਼ਾਉਣ ਵਾਸਤੇ ਹੀ ਤੁਹਾਡੇ ਗੱਡੇ ਨੂੰ ਅੱਗੋਂ ਡੱਕਦਾ ਸੀ, ਵਾਰ-ਵਾਰ ਫਨ ਖਿਲਾਰ ਕੇ ਤੁਹਾਡੇ ਅੱਗੇ ਇਸੇ ਕਰਕੇ ਆਉਂਦਾ ਸੀ। ਤੁਸੀਂ ਸਮਝਦਾਰੀ ਕੀਤੀ ਹੈ, ਤੁਸੀਂ ਸਮਝਦਾਰੀ ਕੀਤੀ, ਇਸ ਨੂੰ ਮਾਰਿਆ ਨਹੀਂ, ਉੱਥੇ ਇਸ ਨੂੰ ਲੈ ਆਏ ਹੋ, ਇਹ ਹੁਣ ਮੁਕਤ ਹੋ ਗਿਆ। ਗੁਰੂ ਦੇ ਦਰ ਦੇ ਉੱਤੇ ਜਿਹੜਾ ਵੀ ਆਉਂਦਾ ਹੈ, ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ। ਜਿਹੜਾ ਵੀ ਗੁਰੂ ਦੇ ਦਰ ਦੇ ਉੱਤੇ ਆਉਂਦਾ ਹੈ, ਆਸਰਾ ਤੱਕ ਕੇ ਆਉਂਦਾ ਹੈ, ਪਿਆਰਿਓ ਵਾਹਿਗੁਰੂ ਉਸੇ ਦੀ ਬਖਸ਼ਿਸ਼ ਕਰ ਦਿੰਦਾ ਕਿ ਵਾਹਿਗੁਰੂ ਤੋਂ ਬਿਨਾਂ ਹੈ ਹੀ ਕੋਈ ਨਹੀਂ, ਵਾਹਿਗੁਰੂ ਤੋਂ ਬਿਨਾਂ ਜਗਤ ਦੇ ਵਿੱਚ ਕੋਈ ਵੀ ਨਹੀਂ। ਰਹਾਉ ਹੈ ਤੂੰ ਹੈ ਤੂੰ ਹੋਣਹਾਰ। ਪਿਆਰਿਓ ਇਹ ਜਿਹੜਾ ਪਾਠ ਹੈ, ਇੱਥੇ ਪਾਠ ਦੇ ਕਈ ਕੋਝ ਭਾਵ ਹੋਇਆ ਕਰਦੇ ਨੇ। ਇਹ ਸ਼ਬਦ ਇਸ ਤਰ੍ਹਾਂ ਪੜ੍ਹਨਾ, ਕਈ ਵਾਰੀ ਇਸ ਨੂੰ ਅਣਜਾਣ ਜੇ ਕੋਈ ਪਾਠੀ ਹੋਵੇਗਾ ਉਹ ਪਤਾ ਕਿਸ ਤਰ੍ਹਾਂ ਪੜ੍ਹੇਗਾ, ਹੈ ਤੂੰ ਹੈ ਤੂੰ। ਇਸ ਤਰ੍ਹਾਂ ਪਾਠ ਨਹੀਂ ਹੈ ਤੂੰ ਹੈ। ਵਾਹਿਗੁਰੂ ਜੀ ਤੂੰ ਹੈ ਤੂੰ ਹੈ, ਤੂੰ ਹੋਣਹਾਰ। ਤੂੰ ਹੀ ਹੋਈ ਆ ਕਹਿੰਦੇ ਹਰ ਥਾਂ ਤੇ, ਹੁਣ ਵੀ ਪਹਿਲੋਂ ਵੀ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ, ਸਦੀਵ ਕਾਲ ਵਾਸਤੇ ਵਾਹਿਗੁਰੂ ਜੀ ਤੂੰ ਸੱਚ ਹੈ, ਸੱਚ ਸਰੂਪ ਪਰਮੇਸ਼ਰ ਹੈ। ਪਹਿਲਾਂ ਵੀ ਸੀ। ਸਤਿਗੁਰਾਂ ਦੇ ਮੁਬਾਰਕ ਬਚਨ ਹਨ, ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਉਹ ਸਦੀਵ ਕਾਲ ਸੱਚ ਹੈ, ਤੂੰ ਹੁਣ ਵੀ ਹੈ, ਤੂੰ ਪਹਿਲੋਂ ਵੀ ਸੀ, ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ, ਕਿਉਂ ਤੂੰ ਸਦੀਵ ਕਾਲ ਵਾਸਤੇ ਸੱਚ ਹੈ। ਅਗਮ ਅਗਾਧ ਊਚ ਅਪਾਰ। ਅਗਮ ਤੋਂ ਭਾਵ ਹੁੰਦਾ ਜਿਹੜਾ ਸਾਡੇ ਮਨ ਇੰਦਰੀਆਂ ਤੋਂ ਬਹੁਤ ਪਰੇ ਹੋਵੇ, ਅਗਾਧ ਜਿਹਦਾ ਕੋਈ ਅਸੀਂ ਥਾਂ ਨਹੀਂ ਪਾ ਸਕਦੇ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਗਾਵਤ ਉਦਰੇ ਸੁਣਤੇ ਉਦਰੇ, ਬਿਨਸੇ ਪਾਪ ਘਨੇਰੇ। ਪਸ਼ੂ ਪਰੇ ਮੁਗਧ ਕੋ ਤਾਰੇ, ਕਾਹਨ ਪਾਰ ਉਤਾਰੇ। ਨਾਨਕ ਦਾਸ ਤੇਰੀ ਸ਼ਰਣਾਈ, ਸਦਾ ਸਦਾ ਬੁਲਾਰੇ। ਜੋ ਤੁਧ ਸੇਵੇ ਤਿਨ ਪਉ ਦੁਖ ਨਾਹੀ। ਜਿਹੜਾ ਤੈਨੂੰ ਸਿਮਰਦਾ ਭਰੋਸੇ ਦੇ ਨਾਲ, ਉਹਨੂੰ ਕੋਈ ਭਉ ਨਹੀਂ ਰਹਿ ਜਾਂਦਾ, ਉਹਦੇ ਕੋਈ ਦੁੱਖ ਨਹੀਂ ਰਹਿ ਜਾਂਦਾ। ਜਿਹੜੇ ਵੀ ਤੈਨੂੰ ਮਨ ਕਰਕੇ, ਭਜਨ ਕਰਕੇ, ਕਰਮ ਕਰਕੇ ਯਾਦ ਕਰਦੇ ਨੇ, ਤੈਨੂੰ ਧਿਆਉਂਦੇ ਨੇ ਮਨ, ਜੋ ਤੁਧ ਸੇਵੇ। ਪਿਆਰਿਓ ਇੱਕ ਹੁੰਦਾ ਉੱਪਰੋਂ, ਇੱਕ ਹੁੰਦਾ ਅੰਦਰੋਂ। ਜੋ ਵਾਹਿਗੁਰੂ ਤੈਨੂੰ ਅੰਦਰੋਂ ਸਿਮਰਦੇ ਨੇ, ਮਨ ਤੋਂ ਸਿਮਰਦੇ ਨੇ। ਜੋ ਤੁਧ ਸੇਵੇ ਤਿਨ ਭਉ ਦੁਖ ਨਾਹੀ, ਗੁਰ ਪ੍ਰਸਾਦ ਨਾਨਕ ਗੁਣ ਗਾਏ। ਜੇ ਕਿਧਰੇ ਗੁਰੂ ਦੀ ਕਿਰਪਾ ਹੋ ਜਾਵੇ ਤੇ ਫੇਰ ਹੀ ਮਨੁੱਖ ਉਸ ਮਾਲਕ ਦੇ ਗੁਣ ਗਾਇਨ ਨਹੀਂ ਕਰ ਸਕਦਾ। ਪਹਿਲੀ ਗੱਲ ਤੇ ਪਿਆਰਿਓ ਭਰੋਸੇ ਦੀ ਹੈ। ਜਦੋਂ ਸਾਡਾ ਭਰੋਸਾ ਪੂਰਨ ਰੂਪ ਦੇ ਵਿੱਚ ਵਾਹਿਗੁਰੂ ਤੇ ਹੋ ਜਾਂਦਾ ਨਾ, ਤੇ ਵਾਹਿਗੁਰੂ ਸਾਡੇ ਨਾਲ ਹੀ ਹੋਇਆ ਕਰਦਾ। ਇੱਕ ਵੈਦ ਜਿਹੜਾ ਕਿ ਵੈਦਗੀ ਦਾ ਕੰਮ ਕਰਦਾ ਸੀ, ਭਾਈ ਸੁਜਾਨ ਵੈਦ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਨੇ ਵੇਖੋ ਵੈਦਗੀ ਦੇ ਵਿੱਚ ਰਹਿੰਦਿਆਂ ਹੋਇਆਂ, ਵੈਦਗੀ ਦਾ ਕੰਮ ਕਰਦਿਆਂ ਹੋਇਆਂ ਧੰਨ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀਆਂ ਦੇ ਦਰਸ਼ਨ ਦੀਦਾਰੀ ਕਰਨੀ, ਤੇ ਸਤਿਗੁਰਾਂ ਨੇ ਉਹਨਾਂ ਦੀ ਬਖਸ਼ਿਸ਼ ਕੀਤੀ ਸੀ, ਰਹਿਮਤ ਕੀਤੀ ਸੀ। ਉਹਨਾਂ ਦਾ ਨਾਮ ਰੱਖਿਆ ਸੀ ਵੈਦ ਸੁਜਾਨ ਸਿੰਘ। ਸਤਿਗੁਰਾਂ ਨੇ ਅੰਮ੍ਰਿਤ ਛਕਾ ਕਰਕੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਉਹਦੀ ਭਾਵਨਾ ਨੂੰ। ਇੱਕ ਵੈਦ ਕਹਿੰਦੇ ਪਿਆਰੋ ਪੰਜਾਬ ਦੀ ਧਰਤੀ ਤੇ ਵੈਦਗੀ ਦਾ ਕੰਮ ਕਰਦਾ, ਦਵਾਈ ਦਿੰਦਾ ਲੋਕਾਂ ਨੂੰ, ਪਰ ਭਰੋਸਾ ਇਹ ਕਿਸ ਨੇ ਇਹ ਰੱਖਿਆ ਹੋਇਆ ਕਿ ਜਿਤਨਾ ਕੁ ਪੈਸੇ ਚਾਹੀਦੇ ਨੇ ਘਰ ਵਾਸਤੇ, ਉਤਨੀ ਕੁ ਕਮਾਈ ਕਰਨੀ ਹੈ। ਜਿਤਨੇ ਕੁ ਪੈਸੇ ਘਰ ਵਾਸਤੇ ਚਾਹੀਦੇ ਨੇ, ਉਤਨੀ ਕੀ ਕਮਾਈ ਕਰਨੀ ਆ, ਉਸ ਤੋਂ ਵੱਧ ਨਹੀਂ, ਉਸ ਤੋਂ ਵੱਧ ਨਹੀਂ। ਇਸ ਨੇ ਕੀ ਕਰਨਾ ਕਿ ਸਵੇਰੇ ਜਦੋਂ ਆਪਣੀ ਦੁਕਾਨ ਤੇ ਆਉਣਾ ਤੇ ਇਹਦੀ ਘਰਵਾਲੀ ਨੇ ਇੱਕ ਲਿਸਟ ਬਣਾ ਦੇਣੀ,
घर वाली ने लिस्ट बना के देने कि आह चीज़ां सानू चाहिदियां ने, इन्हां वास्ते इतने को पैसे चाहिए ने। इसने ये लिस्ट लै लैनी ते अपनी दुकान के उत्ते अगे रख लैनी, अगे रख लैनी। सारा दिन इसने दवाइयां देंदे रहना। जदों इसदे घर के खर्चे वास्ते प्यारियों पैसे पूरे हो जाने ना, जदों इनू पता लग गया कि हुण होर पैसे नहीं चाहिए, इन्हें नाल मेरा सर जाएगा, इन्हें नाल मेरा पूरा हो जाएगा, मेरी गृहस्थी चलेगी उसके नाल, फिर इसने कहना कि हुण खाता बंद कर देता। खाता बंद कर तो भाव इहदा ये सी कि हुण मैं किसी दे कोलों दवाई का पैसा नहीं लैना, हुण दवाई जिहड़ी मैं देवांगा फ्री देवांगा। कहते प्यारो एक बारी इंग्लैंड तो कोई सिख परिवार गया, उन्होंने कहते ये कोल वैद के कोल इन्हों की गड्डी किधरे सड़क पर खराब हो गई, सड़क पर गड्डी खराब हो गई। इस वैद के कोल बाहर बैठ गए, बाहर बैठे हुए सी, कहते धुप सी काफ़ी, तो वैद ने इन्होंने आख्या कि तुसी अंदर आ जाओ, तुसी अंदर आ जाओ, कहते ठीक है। उसने अपने नौकर को भेज दिता भी तू कोई कारीगर लैके आ गड्डी वास्ते, तो मैं उतनी देर तक इत्थे वेट करदा। जिस वेले कारीगर लैन वास्ते नौकर गया, तो उतनी देर में वैद जी कहते कि तुसी अंदर आ जाओ दुकान पर, तुसी अंदर दुकान पर बैठ जाओ। वो अंदर दुकान पर बैठिया बैठिया कहते लोग आ रहे हैं, दवाई लई जा रहे हैं, तो जितनी को किसी की लागत होती है उतनी को पैसे लेंदे ने, बहुते पैसे नहीं लेंदे। तो जे कोई गरीब आ गया उसनों फ्री भी दवाई दे देते हैं, जे उहदे कोल पैसे नहीं है तो उसनों फ्री दवाई भी दे देते हैं, फ्री दवाई दे देते हैं। इस तरह ही इन्हां दा कार व्यवहार से रोजाना का कि हुण ये सिख वेख रहा ते मन दे विच सोचिया कि मैं भी इत्थे बैठा होया कि कुछ ना कुछ इन्हां दे पैसे वटा दी, पैसे वटाउण वास्ते कि मैं इत्थे बैठा होया कोई ना कोई दवाई लै लेना। ते वैद नूं आखण लगा कि साडे घर दे विच कोई औलाद नहीं, जे तुसीं मैनूं भी दवाई दे दिओ, मैनूं भी दवाई दे दिओ। कुदरती बहाना बनिया, मेरी गड्डी खराब हो गई, ये तुहाडे कोल बैठ गए हाँ, तो जे किधरे तुसीं मैनूं भी दवाई दे दिओ। कहंदे ठीक है। कहते सारा कुछ करना तो उस मालिक ने है, दवाई कहते नाल नाल तैयार करी जा रहे, पुड़ियाँ तैयार करी जा रहे हैं। दोनों के वास्ते पुड़ियाँ तैयार कर दित्तियां, सिख वास्ते ओदी घरवाली वास्ते, दोनों वास्ते पुड़ियाँ तैयार करी जाए। तो इतनी देर कहते इन्हां दी बच्ची जिहड़ी वैद दी सी वो आई, टाइम काफ़ी हो चुकिया सी। कहंदी पापा जी कहंदी तुसीं चलो, चल के लंगर प्रशादा छक लो, रोटी खा लो। कहते बेटा कोई ना, मैं दवाई दे के आउंदा। ये बच्ची कह रही सी कि बहुत समा हो गया, तुसीं चलो। कहते कोई ना मैं आ रहा। जिस वेले उसनूं दवाई दी उधरों उन्हां दी गड्डी भी ठीक हो गई। कहते आ लै दवाई ते इसनूं परहेज दे नाल खाना है, परहेज दे नाल खाना, परहेज दे नाल खाओगे तो गुरु कृपा करेगा, बख्शिश तो कहते वाहिगुरु ने करनी है, रहमत तो वाहिगुरु ने करनी है, देण वाला तो वाहिगुरु आ। असीं ते विच एक बहाना, असीं एक विच बहाना जिहड़ा वैद प्यारू परमेश्वर नूं अगे रख के काम करदा ना, ਉਹਦੀ वैदगी का काम, ਉਹਦੇ ਵਿੱਚ बरकत मेरा मालिक आप पा देंदा है, बख्शिश तो आप कर देंदा, रहमत आप कर देंदा है। जिस वे दवाई लैके तुरन लगा, कहते वैद जी इसके पैसे दसो, इसके पैसे दसो। कहते नहीं पैसा हुण कोई नहीं लैना, मैं खाता बंद कर दिता, खाता बंद कर दिता। कहते नहीं जिहड़ी तुहाडी लागत लगती है वो तो लवो। हुण लागे एक होर दवाई लैण वास्ते आया सी, वो आखण लगा सरदार जी वैद जी हुणी जदों इन्हां नूं जितने पैसे चाहिए ने उस तो बाद खाता बंद तो भाव है कि हुण किसी को पैसे नहीं लैणे, दवाई देणगे पर पैसे नहीं लैणगे, इन्हां पैसा नहीं कोई भी लैणा, हुण तुसीं जाओ। कहंदे वो जिहड़े सरदार जी आए इंग्लैंड तो गए सन, ये जदों वापस आए
ਵਾਪਸ ਆਏ ਤੇ ਇਹਨਾਂ ਦੀ ਇੱਕ ਭੈਣ ਵੀ ਸੀ ਉੱਥੇ, ਜਿੱਥੇ ਵੈਦ ਰਹਿੰਦਾ ਉੱਥੇ ਇਹਨਾਂ ਦੀ ਇੱਕ ਭੈਣ ਵੀ ਰਹਿੰਦੀ ਜੋ ਵਿਧਵਾ ਸੀ। ਉਸ ਦੀ ਇੱਕ ਬੱਚੀ ਸੀ। ਉਸ ਦੀ ਦੇਖ ਰੇਖ ਵੀ ਇਹੋ ਹੀ ਕਰਦੇ ਸਨ ਇੰਗਲੈਂਡ ਤੋਂ ਜਾ ਕਰਕੇ। ਕਹਿੰਦੇ ਜਦੋਂ ਹੁਣ ਇਹ ਵਾਪਸ ਆਇਆ ਇੰਗਲੈਂਡ ਦੀ ਧਰਤੀ ਤੇ ਆ ਕੇ ਇਸਨੇ ਆਪਣੀ ਘਰਵਾਲੀ ਦੇ ਨਾਲ ਗੱਲ ਕੀਤੀ ਕਿ ਮੈਂ ਦਵਾਈ ਲੈ ਕੇ ਆਇਆ, ਕਿ ਸਾਡੇ ਘਰ ਦੇ ਵਿੱਚ ਔਲਾਦ ਕੋਈ ਨਹੀਂ, ਇਹ ਵੈਦ ਜੀ ਨੇ ਦਵਾਈ ਦਿੱਤੀ ਹੈ। ਤੇ ਉਹਨਾਂ ਨੇ ਇਹ ਗੱਲ ਆਖੀ ਕਿ ਪਰਹੇਜ਼ ਦੇ ਨਾਲ ਦਵਾਈ ਖਾਣੀ ਹੈ, ਤੁਸੀਂ ਠੀਕ ਹੋ ਜਾਓਗੇ। ਤੇ ਪੈਸਾ ਉਹਨਾਂ ਲਿਆ ਕੋਈ ਨਹੀਂ, ਕਹਿੰਦੀ ਪੈਸਾ ਉਹਨਾਂ ਲਿਆ ਕੋਈ ਨਹੀਂ। ਇਹ ਗੱਲ ਆਖੀ ਕਿ ਅਸੀਂ ਹੁਣ ਖਾਤਾ ਬੰਦ ਕਰ ਦਿੱਤਾ। ਉਹਨਾਂ ਨੇ ਅਸੂਲ ਬਣਾਇਆ ਹੋਇਆ ਜਿਤਨੇ ਕੁ ਪੈਸੇ ਚਾਹੀਦੇ ਨੇ ਉਸ ਤੋਂ ਬਾਅਦ ਉਹ ਪੈਸੇ ਨਹੀਂ ਦਿੰਦੇ। ਕਹਿੰਦੀ ਕੁਛ ਨਾ ਕੁਛ ਤੇ ਤੁਸੀਂ ਦੇ ਕੇ ਆਉਂਦੇ। ਉਹਨਾਂ ਦੀ ਲਾਗਤ ਕਹਿੰਦੀ ਨਹੀਂ। ਸਰਦਾਰ ਜੀ ਕਹਿੰਦੇ ਨਹੀਂ, ਉਹਨਾਂ ਲਿਆ ਕੋਈ ਨਹੀਂ ਪੈਸਾ। ਕਹਿੰਦੇ ਕਾਫੀ ਸਮਾਂ ਬਤੀਤ ਹੋ ਗਿਆ, ਦਵਾਈ ਇਹਨਾਂ ਨੇ ਖਾਧੀ। ਇਹਨਾਂ ਦੇ ਘਰ ਦੇ ਵਿੱਚ ਕਹਿੰਦੇ 2 ਪੁੱਤਰ ਪੈਦਾ ਹੋ ਗਏ। ਬਖਸ਼ਿਸ਼ ਹੋ ਗਈ ਵਾਹਿਗੁਰੂ ਦੀ। ਬਖਸ਼ਿਸ਼ ਤੇ ਵਾਹਿਗੁਰੂ ਨੇ ਕਰਨੀ ਸੀ, ਰਹਿਮਤ ਤੇ ਉਸ ਵਾਹਿਗੁਰੂ ਨੇ ਕਰਨੀ ਸੀ। ਭਰੋਸੇ ਨਾਲ ਯਕੀਨ ਦੇ ਨਾਲ ਦਵਾਈ ਖਾਧੀ। 2 ਪੁੱਤਰ ਇਹਨਾਂ ਦੇ ਘਰ ਦੇ ਵਿੱਚ ਹੋਏ ਨੇ। ਕਹਿੰਦੇ ਸਮਾਂ ਕਾਫੀ ਬੀਤ ਗਿਆ, ਕਰੀਬ ਕਹਿੰਦੇ 15 ਸਾਲ ਬੀਤ ਗਏ। ਇਹ ਜਾਣਾ ਚਾਹੁੰਦੇ ਸਨ ਵੈਦ ਦਾ ਧੰਨਵਾਦ ਕਰਨ ਵਾਸਤੇ, ਪਰ ਜਾ ਨਾ ਸਕੇ। ਹੁਣ ਕਹਿੰਦੇ ਜਦੋਂ ਇਹਨਾਂ ਦੀ ਜਿਹੜੀ ਇੱਕ ਵਿਧਵਾ ਭੈਣ ਸੀ, ਉਸ ਦੀ ਬੱਚੀ ਵਿਆਹੁਣ ਵਾਲੀ ਸੀ ਤੇ ਉਸ ਦਾ ਵਿਆਹ ਕਰਨ ਵਾਸਤੇ ਇਹਨਾਂ ਨੇ ਜਾਣਾ ਸੀ। ਇਹ ਵਿਆਹ ਕਰਨ ਵਾਸਤੇ ਗਏ ਉੱਥੇ, ਵਿਆਹ ਕਰਨ ਵਾਸਤੇ ਗਏ ਤੇ ਜਿੱਥੇ ਆਪਣੀ ਭਾਣਜੀ ਦਾ ਸਮਾਨ ਉਹ ਖਰੀਦ ਰਹੇ ਨੇ ਸਰਦਾਰ ਜੀ, ਤੇ ਨਾਲ ਵੈਦ ਦੀ ਲੜਕੀ ਦੇ ਵੀ ਸਮਾਨ ਖਰੀਦ ਰਹੇ ਨੇ, ਵੈਦ ਦੀ ਲੜਕੀ ਦਾ ਵੀ ਸਮਾਨ ਖਰੀਦ ਰਹੇ ਨੇ। ਤੇ ਇਧਰ ਪਿਆਰਿਓ ਵੈਦ ਦੇ ਘਰ ਵਾਲੀ ਨੇ ਅੱਜ ਜਿਹੜਾ ਸਮਾਨ ਰੋਜ਼ ਲਿਖਿਆ ਕਰਦੀ ਸੀ ਨਾ ਕਿ ਆ ਚੀਜ਼ਾਂ ਦੀ ਲੋੜ ਹੈ, ਇਤਨੇ ਪੈਸੇ ਸਾਨੂੰ ਚਾਹੀਦੇ ਨੇ। ਤੇ ਅੱਜ ਇੱਕ ਹੋਰ ਗੱਲ ਵੱਧ ਲਿਖੀ ਹੋਈ ਸੀ। ਕਿਹੜੀ? ਇਹ ਗੱਲ ਲਿਖੀ ਹੋਈ ਪਰਚੀ ਦੇ ਉੱਤੇ, ਰੋਜ਼ ਦਾ ਸਮਾਨ ਹੈ। ਤੇ ਕਹਿੰਦੇ ਬੱਚੀ ਦਾ 19 ਤਰੀਕ ਨੂੰ ਵਿਆਹ ਹੈ ਤੇ ਕਹਿੰਦੇ ਉਹਦੇ ਦਹੇਜ ਵਾਸਤੇ ਪੈਸੇ ਚਾਹੀਦੇ ਨੇ। ਵੈਦ ਨੇ ਸੋਚਿਆ ਵੀ ਇੱਕ ਦਿਨ ਦੇ ਵਿੱਚ ਦਹੇਜ ਦੇ ਪੈਸੇ ਤੇ ਕਿੱਥੋਂ ਆਉਣਗੇ? ਸਮਾਂ ਤੇ ਜਿਹੜਾ ਰੋਜ਼ ਮੈਂ ਦਵਾਈ ਦਿੰਦਾ ਹਾਂ ਉਸ ਦੇ ਨਾਲ ਆ ਜਾਵੇਗਾ। ਤੇ ਪਤਾ ਕੀ ਸੋਚਿਆ ਮਨ ਦੇ ਵਿੱਚ ਇਹ ਵੈਦ ਕਹਿੰਦਾ ਇਹ ਵਾਹਿਗੁਰੂ ਦਾ ਕੰਮ ਹੈ। ਕਹਿੰਦੇ ਇਹ ਵਾਹਿਗੁਰੂ ਦਾ ਕੰਮ ਹੈ, ਮੇਰਾ ਕੰਮ ਹੈ ਇਹ ਜਿਹੜਾ ਮੈਂ ਰੋਜ਼ ਦੀ ਕਿਰਤ ਕਰਦਾ ਆਪਣੇ ਖਾਣ ਪਹਿਨਣ ਵਾਸਤੇ, ਇਹ ਮੇਰਾ ਕੰਮ ਹੈ। ਇਹ ਉਸ ਮਾਲਕ ਦਾ ਕੰਮ ਹੈ, ਇਹ ਉਸ ਵਾਹਿਗੁਰੂ ਦਾ ਕੰਮ ਹੈ। ਇਹ ਮੈਂ ਵਾਹਿਗੁਰੂ ਤੇ ਛੱਡਦਾ, ਇਹ ਮੇਰਾ ਕੰਮ ਵਾਹਿਗੁਰੂ ਨੇ ਕਰਨਾ।